ਸਾਰਿਆਂ ਦਾ ਸਵਾਗਤ ਹੈ। ਕਦੇ ਸੋਚਿਆ ਹੈ ਕਿ ਕਿਸੇ ਚੀਜ਼ ਦਾ ਬਿਲਕੁਲ ਸਹੀ, ਬਿਲਕੁਲ ਸਟੀਕ ਮਾਪ ਕਿਵੇਂ ਲਿਆ ਜਾਂਦਾ ਹੈ? ਅੱਜ ਆਪਾਂ ਇੱਕ ਗੋਲੇ ਦੇ ਅਸਲੀ ਆਕਾਰ ਦਾ ਰਾਜ਼ ਖੋਲਣ ਜਾ ਰਹੇ ਹਾਂ ਤੇ ਇਸ ਦੇ ਲਈ ਆਪਾਂ ਇੱਕ ਖਾਸ ਔਜ਼ਾਰ ਦੀ ਵਰਤੋਂ ਕਰਾਂਗੇ। ਇੱਕ ਅਜਿਹਾ ਔਜ਼ਾਰ ਜੋ ਸਾਨੂੰ ਉਹ ਦੇਖਣ ਵਿੱਚ ਮਦਦ ਕਰਦਾ ਹੈ ਜੋ ਸਾਧਾਰਨ ਅੱਖਾਂ ਨਹੀਂ ਦੇਖ ਸਕਦੀਆਂ। ਚਲੋ ਫਿਰ ਇਸ ਦਿਲਚਸਪ ਜਿਹੇ ਰਹੱਸ ਨੂੰ ਸੁਲਝਾਉਣਾ ਸ਼ੁਰੂ ਕਰੀਏ। ਤਾਂ ਆਪਣੀ ਜਾਂਚ ਸ਼ੁਰੂ ਹੁੰਦੀ ਹੈ ਇੱਕ ਬੜੇ ਹੀ ਸਧਾਰਨ ਜਿਹੇ ਸਵਾਲ ਨਾਲ। ਆਹ ਬੰਟਾ ਦੇਖੋ, ਇਹ ਅਸਲ ਵਿੱਚ ਹੈ ਕਿੰਨਾ ਕੁ ਵੱਡਾ? ਹੁਣ ਪਹਿਲੀ ਨਜ਼ਰੇ ਤਾਂ ਲੱਗਦਾ ਹੈ ਕਿ ਸਵਾਲ ਬੜਾ ਸੌਖਾ ਹੈ ਨਾ? ਪਰ ਇਸ ਦਾ ਬਿਲਕੁਲ ਸਹੀ ਜਵਾਬ ਲੱਭਣਾ ਉਨਾ ਸਿੱਧਾ ਨਹੀਂ ਜਿੰਨਾ ਲੱਗਦਾ ਹੈ। ਜੇ ਆਪਾਂ ਇੱਕ ਆਮ ਫੁੱਟਾ ਚੁੱਕੀਏ ਤਾਂ ਸ਼ਾਇਦ ਕਹਾਂਗੇ ਕਿ ਇਹ ਲਗਭਗ 2.1 ਸੈਂਟੀਮੀਟਰ ਹੈ। ਪਰ ਇਹੀ ਤਾਂ ਗੱਲ ਹੈ, ਵਿਗਿਆਨ ਤੇ ਇੰਜੀਨੀਅਰਿੰਗ ਦੀ ਦੁਨੀਆ ਵਿੱਚ ਨਾ ਲਗਭਗ ਸ਼ਬਦ ਕੰਮ ਨਹੀਂ ਆਉਂਦਾ। ਸੋਚ ਕੇ ਦੇਖੋ, ਜਦੋਂ ਕੋਈ ਮਸ਼ੀਨ ਦਾ ਬਹੁਤ ਹੀ ਬਾਰੀਕ ਪੁਰਜ਼ਾ ਬਣ ਰਿਹਾ ਹੋਵੇ ਤਾਂ ਉੱਥੇ ਲਗਭਗ ਨਾਲ ਤਾਂ ਸਾਰਾ ਕੰਮ ਹੀ ਖਰਾਬ ਹੋ ਜਾਵੇਗਾ। ਉੱਥੇ ਤਾਂ ਚਾਹੀਦੀ ਹੈ ਬਿਲਕੁਲ ਸਹੀ ਮਿਣਤੀ। ਠੀਕ ਹੈ, ਤਾਂ ਇਸ ਕੇਸ ਨੂੰ ਸੁਲਝਾਉਣ ਲਈ ਆਪਣੀ ਜਾਂਚ ਦੇ 4 ਪੜਾਅ ਹੋਣਗੇ। ਸਭ ਤੋਂ ਪਹਿਲਾਂ ਆਪਾਂ ਸਮਝਾਂਗੇ ਕਿ ਆਖਰ ਸਟੀਕਤਾ ਦੀ ਸਮੱਸਿਆ ਹੈ ਕੀ। ਫਿਰ ਆਪਾਂ ਮਿਲਾਂਗੇ ਆਪਣੇ ਖਾਸ ਜਾਸੂਸੀ ਔਜ਼ਾਰ ਵਰਨੀਅਰ ਕੈਲੀਪਰ ਨੂੰ। ਉਸ ਤੋਂ ਬਾਅਦ ਆਪਾਂ ਸਿੱਖਾਂਗੇ ਕਿ ਇਸ ਦੇ ਦਿੱਤੇ ਸੁਰਾਗ ਕਿਵੇਂ ਪੜ੍ਹਨੇ ਨੇ ਤੇ ਅਖੀਰ ਵਿੱਚ ਸਾਰੇ ਸਬੂਤ ਇਕੱਠੇ ਕਰਕੇ ਪਹੁੰਚਾਂਗੇ ਪੂਰੇ ਸੱਚ ਤੱਕ। ਚਲੋ ਸ਼ੁਰੂ ਕਰਦੇ ਹਾਂ ਸੈਕਸ਼ਨ 1 ਨਾਲ, ਸਟੀਕਤਾ ਦੀ ਸਮੱਸਿਆ। ਮਤਲਬ ਸਾਨੂੰ ਇੰਨਾ ਨੇੜਿਓਂ ਦੇਖਣ ਦੀ ਲੋੜ ਹੀ ਕਿਉਂ ਹੈ? ਗੱਲ ਇਹ ਹੈ ਕਿ ਕਈ ਵਾਰ ਨਾ 1 ਮਿਲੀਮੀਟਰ ਦਾ ਵੀ ਛੋਟਾ ਜਿਹਾ ਹਿੱਸਾ ਬਹੁਤ ਵੱਡਾ ਫਰਕ ਪਾ ਸਕਦਾ ਹੈ। ਇੱਥੇ ਸ਼ੁੱਧਤਾ ਸਿਰਫ ਕੋਈ ਚੰਗੀ ਗੱਲ ਨਹੀਂ, ਸਗੋਂ ਇੱਕ ਜ਼ਰੂਰਤ ਹੈ। ਇਸ ਲਈ ਆਪਣੇ ਗੋਲੇ ਦੇ ਅਸਲ ਆਕਾਰ ਦਾ ਪਤਾ ਲਗਾਉਣ ਲਈ ਸਾਨੂੰ ਆਮ ਫੁੱਟਿਆਂ ਨੂੰ ਪਾਸੇ ਰੱਖਣਾ ਪਵੇਗਾ। ਸਾਨੂੰ ਚਾਹੀਦਾ ਹੈ ਇੱਕ ਖਾਸ ਜਾਂਚ ਔਜ਼ਾਰ, ਇੱਕ ਅਜਿਹਾ ਔਜ਼ਾਰ ਜੋ ਸਾਨੂੰ ਮਿਲੀਮੀਟਰ ਦੇ ਵਿੱਚ ਛੋਟੇ-ਛੋਟੇ ਹਿੱਸਿਆਂ ਨੂੰ ਮਾਪਣ ਦੀ ਤਾਕਤ ਦੇਵੇ। ਤੇ ਆ ਰਿਹਾ ਆਪਣਾ ਖਾਸ ਔਜ਼ਾਰ। ਸੈਕਸ਼ਨ 2 ਵਿੱਚ ਮਿਲੋ ਵਰਨੀਅਰ ਕੈਲੀਪਰ ਨੂੰ। ਇਹੀ ਹੈ ਉਹ ਔਜ਼ਾਰ ਜੋ ਸਟੀਕਤਾ ਦਾ ਤਾਲਾ ਖੋਲਦਾ ਹੈ। ਦੇਖਣ ਨੂੰ ਭਾਵੇਂ ਇਹ ਸਧਾਰਨ ਜਿਹਾ ਲੱਗੇ, ਪਰ ਅਸਲ ਵਿੱਚ ਇਹੀ ਉਹ ਕੁੰਜੀ ਹੈ ਜੋ ਆਪਣੇ ਮਾਪ ਦੇ ਸਾਰੇ ਰਹੱਸ ਖੋਲੇਗੀ। ਚਲੋ ਇਸ ਨੂੰ ਥੋੜਾ ਨੇੜਿਓਂ ਸਮਝਦੇ ਹਾਂ। ਆਹ ਦੇਖੋ, ਇਹ ਹੈ ਮੁੱਖ ਸਕੇਲ ਜੋ ਬਿਲਕੁਲ ਇੱਕ ਆਮ ਫੁੱਟੇ ਵਰਗਾ ਹੀ ਹੈ। ਫਿਰ ਆਉਂਦਾ ਹੈ ਵਰਨੀਅਰ ਸਕੇਲ। ਆਹ ਜਿਹੜਾ ਛੋਟਾ ਜਿਹਾ ਹਿੱਸਾ ਅੱਗੇ ਪਿੱਛੇ ਹੁੰਦਾ ਹੈ ਨਾ, ਅਸਲੀ ਜਾਦੂ ਇਹੀ ਹੈ। ਇਹ ਸਾਨੂੰ ਵਾਧੂ ਸਟੀਕਤਾ ਦਿੰਦਾ ਹੈ। ਤੇ ਅਖੀਰ ਵਿੱਚ ਨੇ ਜਬਾੜੇ, ਜਿਨ੍ਹਾਂ ਨਾਲ ਕਿਸੇ ਵੀ ਚੀਜ਼ ਨੂੰ ਮਾਪਣ ਲਈ ਮਜ਼ਬੂਤੀ ਨਾਲ ਫੜਿਆ ਜਾਂਦਾ ਹੈ। ਠੀਕ ਹੈ ਜੀ, ਹੁਣ ਆਉਂਦਾ ਹੈ ਸਭ ਤੋਂ ਮਜ਼ੇਦਾਰ ਹਿੱਸਾ, ਸੁਰਾਗ ਪੜ੍ਹਨਾ। ਸੱਚੀ ਵਰਨੀਅਰ ਕੈਲੀਪਰ ਤੋਂ ਰੀਡਿੰਗ ਲੈਣਾ ਬਿਲਕੁਲ ਕਿਸੇ ਗੁਪਤ ਕੋਡ ਨੂੰ ਤੋੜਨ ਵਰਗਾ ਹੈ। ਤਾਂ ਚਲੋ ਫਿਰ ਦੇਖਦੇ ਹਾਂ ਕਿ ਇਨ੍ਹਾਂ ਸਕੇਲਾਂ ਨੂੰ ਡੀਕੋਡ ਕਿਵੇਂ ਕਰਨਾ ਹੈ। ਬਿਲਕੁਲ ਸਹੀ ਮਾਪ ਲਈ ਸਾਨੂੰ ਬਸ 4 ਸੌਖੇ ਜਿਹੇ ਕਦਮ ਚੁੱਕਣੇ ਪੈਣਗੇ। ਪਹਿਲਾ, ਗੋਲੇ ਨੂੰ ਜਬਾੜਿਆਂ ਵਿੱਚ ਬੜੇ ਆਰਾਮ ਨਾਲ ਫੜੋ। ਦੂਜਾ, ਆਪਣਾ ਪਹਿਲਾ ਸੁਰਾਗ ਲੱਭੋ, ਯਾਨੀ ਮੁੱਖ ਸਕੇਲ ਦੀ ਰੀਡਿੰਗ ਪੜੋ। ਤੀਜਾ, ਦੂਜਾ ਸੁਰਾਗ ਲੱਭੋ, ਮੇਲ ਖਾਂਦੀ ਡਿਵੀਜ਼ਨ। ਤੇ ਚੌਥਾ, ਬਸ ਇਹਨਾਂ ਦੋਵਾਂ ਨੂੰ ਮਿਲਾ ਕੇ ਕੁੱਲ ਰੀਡਿੰਗ ਦੀ ਗਣਨਾ ਕਰ ਲਓ। ਸੌਖਾ ਹੈ ਨਾ? ਤਾਂ ਆਪਣਾ ਪਹਿਲਾ ਸੁਰਾਗ ਕੀ ਹੈ? ਮੁੱਖ ਸਕੇਲ ਰੀਡਿੰਗ। ਇਹ ਤਾਂ ਬਹੁਤ ਹੀ ਸੌਖਾ ਹੈ। ਬਸ ਇਹ ਦੇਖਣਾ ਹੈ ਕਿ ਵਰਨੀਅਰ ਸਕੇਲ ਦਾ ਜਿਹੜਾ 0 ਹੈ ਨਾ, ਉਹ ਮੁੱਖ ਸਕੇਲ ਤੇ ਕਿੱਥੇ ਆ ਰਿਹਾ ਹੈ। ਉਸ 0 ਤੋਂ ਬਿਲਕੁਲ ਖੱਬੇ ਪਾਸੇ ਜਿਹੜੀ ਵੀ ਰੀਡਿੰਗ ਹੈ, ਬਸ ਉਹੀ ਆਪਣਾ ਪਹਿਲਾ ਨੰਬਰ ਹੈ। ਚਲੋ ਹੁਣ ਦੂਜੇ ਸੁਰਾਗ ਲਈ ਥੋੜਾ ਧਿਆਨ ਦੇਣਾ ਪਵੇਗਾ। ਹੁਣ ਆਪਾਂ ਵਰਨੀਅਰ ਸਕੇਲ ਦੀਆਂ ਸਾਰੀਆਂ ਲਾਈਨਾਂ ਨੂੰ ਦੇਖਣਾ ਹੈ ਤੇ ਉਹ ਇੱਕ ਲਾਈਨ ਲੱਭਣੀ ਹੈ ਜਿਹੜੀ ਉੱਪਰ ਮੁੱਖ ਸਕੇਲ ਦੀ ਕਿਸੇ ਵੀ ਲਾਈਨ ਨਾਲ ਬਿਲਕੁਲ ਸਿੱਧੀ ਇੱਕ ਲਾਈਨ ਵਿੱਚ ਜਾ ਰਹੀ ਹੋਵੇ। ਜਿਵੇਂ ਹੀ ਉਹ ਲਾਈਨ ਮਿਲ ਗਈ, ਸਮਝੋ ਆਪਣਾ ਦੂਜਾ ਸੁਰਾਗ ਯਾਨੀ ਮੇਲ ਖਾਂਦੀ ਡਿਵੀਜ਼ਨ ਜਾਂ ਐਨ ਮਿਲ ਗਿਆ। ਲਓ ਜੀ, ਆਪਣੇ ਕੋਲ ਦੋਵੇਂ ਸੁਰਾਗ ਆ ਗਏ। ਹੁਣ ਬਸ ਅੰਤਿਮ ਜਵਾਬ ਕੱਢਣਾ ਹੈ। ਫਾਰਮੂਲਾ ਬੜਾ ਸੌਖਾ ਹੈ। ਅੰਤਿਮ ਰੀਡਿੰਗ ਬਰਾਬਰ ਹੁੰਦੀ ਹੈ ਮੁੱਖ ਸਕੇਲ ਰੀਡਿੰਗ ਜਮਾ ਬ੍ਰੈਕਟ ਵਿੱਚ ਮੇਲ ਖਾਂਦੀ ਡਿਵੀਜ਼ਨ ਨੂੰ ਲੀਸਟ ਕਾਊਂਟ ਨਾਲ ਗੁਣਾ ਕਰਨਾ ਹੈ। ਅੱਛਾ, ਹੁਣ ਲੀਸਟ ਕਾਊਂਟ ਕੀ ਚੀਜ਼ ਹੈ? ਇਹ ਬਸ ਉਹ ਸਭ ਤੋਂ ਛੋਟਾ ਮਾਪ ਹੈ ਜੋ ਇਹ ਔਜ਼ਾਰ ਲੈ ਸਕਦਾ ਹੈ, ਆਮ ਤੌਰ ਤੇ 0.01 ਸੈਂਟੀਮੀਟਰ। ਇਹ ਦੱਸਦਾ ਹੈ ਕਿ ਆਪਣਾ ਦੂਜਾ ਸੁਰਾਗ ਕਿੰਨਾ ਬਾਰੀਕ ਤੇ ਕੀਮਤੀ ਹੈ। ਤੇ ਹੁਣ ਆਪਾਂ ਪਹੁੰਚ ਗਏ ਹਾਂ ਆਪਣੀ ਜਾਂਚ ਦੇ ਆਖਰੀ ਪੜਾਅ ਤੇ, ਪੂਰਾ ਸੱਚ। ਇੱਥੇ ਆਪਾਂ ਇਹ ਪੱਕਾ ਕਰਾਂਗੇ ਕਿ ਆਪਣਾ ਜਿਹੜਾ ਮਾਪ ਹੈ ਉਹ ਸਿਰਫ ਸਟੀਕ ਹੀ ਨਹੀਂ ਬਲਕਿ ਬਿਲਕੁਲ ਸਹੀ ਵੀ ਹੋਵੇ। ਚਲੋ ਫਿਰ ਸਾਰੇ ਸਬੂਤਾਂ ਨੂੰ ਇਕੱਠਾ ਕਰਕੇ ਅੰਤਿਮ ਫੈਸਲੇ ਤੇ ਪਹੁੰਚਦੇ ਹਾਂ। ਹੁਣ ਦੇਖੋ, ਇੱਕ ਵਧੀਆ ਵਿਗਿਆਨੀ ਜਾਂ ਕਹਿ ਲਓ ਜਾਸੂਸ ਕਦੇ ਵੀ ਇੱਕ ਸਬੂਤ ਤੇ ਯਕੀਨ ਨਹੀਂ ਕਰਦਾ, ਹੈ ਨਾ?
ਕਿਉਂਕਿ ਹੋ ਸਕਦਾ ਹੈ ਗੋਲਾ ਹਰ ਪਾਸਿਓਂ ਬਿਲਕੁਲ ਇੱਕੋ ਜਿਹਾ ਨਾ ਹੋਵੇ। ਇਸ ਲਈ ਸਭ ਤੋਂ ਭਰੋਸੇਯੋਗ ਨਤੀਜੇ ਲਈ ਆਪਾਂ ਨੂੰ ਗੋਲੇ ਤੇ ਵੱਖ-ਵੱਖ ਥਾਵਾਂ ਤੋਂ ਘੱਟੋ-ਘੱਟ 3 ਵਾਰ ਰੀਡਿੰਗ ਲੈਣੀ ਚਾਹੀਦੀ ਹੈ। ਫਿਰ ਬਸ ਉਹਨਾਂ ਸਾਰੀਆਂ ਰੀਡਿੰਗਾਂ ਦਾ ਔਸਤ ਕੱਢ ਲਓ। ਪਰ ਰੁਕੋ, ਕਹਾਣੀ ਵਿੱਚ ਇੱਕ ਹੋਰ ਮੋੜ ਹੈ। ਕੀ ਹੋਵੇਗਾ ਜੇ ਆਪਣੀ ਜਾਂਚ ਔਜ਼ਾਰ ਵਿੱਚ ਹੀ ਕੋਈ ਨੁਕਸ ਹੋਵੇ? ਸੋਚੋ, ਜਿਸ ਔਜ਼ਾਰ ਤੇ ਆਪਾਂ ਇੰਨਾ ਭਰੋਸਾ ਕਰ ਰਹੇ ਹਾਂ, ਉਸੇ ਵਿੱਚ ਹੀ ਕੋਈ ਗੜਬੜ ਹੋਵੇ ਤਾਂ? ਇਹ ਇੱਕ ਬਹੁਤ ਹੀ ਜ਼ਰੂਰੀ ਸਵਾਲ ਹੈ। ਇਸ ਚੀਜ਼ ਨੂੰ ਕਹਿੰਦੇ ਹਨ ਜ਼ੀਰੋ ਐਰਰ। ਇਹ ਉਦੋਂ ਹੁੰਦਾ ਹੈ ਜਦੋਂ ਜਬਾੜਿਆਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੇ ਵੀ ਦੋਵਾਂ ਸਕੇਲਾਂ ਦੇ ਜ਼ੀਰੋ ਆਪਸ ਵਿੱਚ ਬਿਲਕੁਲ ਸਿੱਧੇ ਨਾ ਹੋਣ। ਇਹ ਔਜ਼ਾਰ ਦੀ ਆਪਣੀ ਇੱਕ ਛੋਟੀ ਜੀ ਗਲਤੀ ਹੁੰਦੀ ਹੈ, ਜਿਸ ਨੂੰ ਆਪਾਂ ਨੂੰ ਆਪਣੇ ਆਖਰੀ ਜਵਾਬ ਵਿੱਚ ਠੀਕ ਕਰਨਾ ਪੈਂਦਾ ਹੈ। ਹੁਣ ਇਹ ਜ਼ੀਰੋ ਐਰਰ ਦੋ ਤਰ੍ਹਾਂ ਦਾ ਹੋ ਸਕਦਾ ਹੈ। ਜੇ ਵਰਨੀਅਰ ਦਾ ਜ਼ੀਰੋ ਮੁੱਖ ਸਕੇਲ ਦੇ ਜ਼ੀਰੋ ਤੋਂ ਸੱਜੇ ਪਾਸੇ ਹੈ ਤਾਂ ਇਹ ਪੋਜ਼ਿਟਿਵ ਜ਼ੀਰੋ ਐਰਰ ਹੈ। ਇਸ ਦਾ ਮਤਲਬ ਹੈ ਕਿ ਆਪਣੀ ਰੀਡਿੰਗ ਅਸਲੀ ਮਾਪ ਤੋਂ ਥੋੜੀ ਵੱਧ ਆ ਰਹੀ ਹੈ। ਤੇ ਜੇ ਇਹ ਖੱਬੇ ਪਾਸੇ ਹੈ ਤਾਂ ਇਹ ਨੈਗੇਟਿਵ ਜ਼ੀਰੋ ਐਰਰ ਹੈ, ਮਤਲਬ ਆਪਣੀ ਰੀਡਿੰਗ ਅਸਲ ਨਾਲੋਂ ਥੋੜੀ ਘੱਟ ਆ ਰਹੀ ਹੈ। ਆਪਣੇ ਸਾਰੇ ਸਬੂਤਾਂ ਨੂੰ ਇੱਕ ਥਾਂ ਤੇ ਸਹੀ ਢੰਗ ਨਾਲ ਰਿਕਾਰਡ ਕਰਨ ਲਈ ਇੱਕ ਟੇਬਲ ਬਣਾਉਣਾ ਸਭ ਤੋਂ ਵਧੀਆ ਤਰੀਕਾ ਹੈ। ਜਿਵੇਂ ਕਿ ਇੱਥੇ ਦੇਖਿਆ ਜਾ ਸਕਦਾ ਹੈ, ਇਸ ਵਿੱਚ ਹਰ ਚੀਜ਼ ਲਈ ਇੱਕ ਵੱਖਰਾ ਕਾਲਮ ਹੈ, ਆਪਣੀ ਮੁੱਖ ਸਕੇਲ ਰੀਡਿੰਗ M, ਮੇਲ ਖਾਣ ਦੀ ਡਿਵੀਜ਼ਨ N ਤੇ ਅਖੀਰ ਵਿੱਚ ਆਪਣਾ ਮਾਪਿਆ ਗਿਆ ਵਿਆਸ। ਇਸ ਤਰ੍ਹਾਂ ਸਭ ਕੁਝ ਸਾਫ਼-ਸਾਫ਼ ਤੇ ਤਰਤੀਬ ਵਿੱਚ ਦਰਜ ਹੋ ਜਾਂਦਾ ਹੈ। ਤੇ ਹੁਣ ਸਮਾਂ ਹੈ ਅੰਤਿਮ ਫੈਸਲੇ ਦਾ। ਗੋਲੇ ਦਾ ਸਹੀ ਵਿਆਸ ਪਤਾ ਕਰਨ ਲਈ ਆਪਾਂ ਪਹਿਲਾਂ ਆਪਣੀਆਂ ਸਾਰੀਆਂ ਰੀਡਿੰਗਸ ਦਾ ਔਸਤ ਕੱਢਾਂਗੇ ਤੇ ਫਿਰ ਉਸ ਵਿੱਚੋਂ ਜ਼ੀਰੋ ਐਰਰ ਨੂੰ ਠੀਕ ਕਰਾਂਗੇ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਪੋਜ਼ਿਟਿਵ ਐਰਰ ਨੂੰ ਘਟਾਇਆ ਜਾਂਦਾ ਹੈ ਅਤੇ ਨੈਗੇਟਿਵ ਐਰਰ ਨੂੰ ਜੋੜਿਆ ਜਾਂਦਾ ਹੈ। ਬਸ ਇਹੀ ਉਹ ਫਾਰਮੂਲਾ ਹੈ ਜੋ ਸਾਨੂੰ ਗੋਲੇ ਦਾ ਬਿਲਕੁਲ ਅਸਲੀ ਤੇ ਸਹੀ ਮਾਪ ਦੇਵੇਗਾ। ਤੇ ਲਓ ਜੀ, ਕੇਸ ਸੁਲਝਾ ਲਿਆ ਗਿਆ ਹੈ। ਸਾਰੇ ਸੁਰਾਗਾਂ ਦੀ ਸਹੀ ਤਰੀਕੇ ਨਾਲ ਪਾਲਣਾ ਕਰਕੇ, ਹਰ ਗਲਤੀ ਦਾ ਹਿਸਾਬ ਲਗਾ ਕੇ ਆਪਾਂ ਆਖਿਰਕਾਰ ਉਸ ਗੋਲੇ ਦੇ ਅਸਲੀ ਵਿਆਸ ਦਾ ਪਰਦਾਫਾਸ਼ ਕਰ ਹੀ ਲਿਆ। ਪਰ ਜਾਂਚ ਕਦੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੁੰਦੀ। ਇੱਕ ਆਖਰੀ ਸਵਾਲ ਹੈ ਜਿਸ ਬਾਰੇ ਸੋਚਣਾ ਬਣਦਾ ਹੈ। ਹੁਣ ਜਦੋਂ ਕਿਸੇ ਗੋਲ ਵਸਤੂ ਦਾ ਵਿਆਸ ਇੰਨੀ ਸਟੀਕਤਾ ਨਾਲ ਮਾਪਣ ਦਾ ਹੁਨਰ ਹੱਥ ਲੱਗ ਗਿਆ ਹੈ, ਤਾਂ ਕੀ ਇਸੇ ਹੁਨਰ ਦੀ ਵਰਤੋਂ ਕਰਕੇ ਗਣਿਤ ਦੇ ਸਭ ਤੋਂ ਮਸ਼ਹੂਰ ਨੰਬਰ ਪਾਏ ਦੀ ਕੀਮਤ ਲੱਭੀ ਜਾ ਸਕਦੀ ਹੈ? ਇਸ ਬਾਰੇ ਜ਼ਰੂਰ ਸੋਚਿਓ।